चक्र चिहन यार बरन जात, अर पात नहन जेहे। रूप रंग अर रेख, भेख को कह न सकत केहे। अचल मूरत अनभव प्रकाश, अम तोज कहजै। कोट इंद्र इंद्राण, साहे साहाण गणजै। त्रिभुवन महीप सुर नर असुर, नेत नेत बन तृण कहत। तब सर्वनाम कथै कवन, कर्म नाम वर्णत समत। तब सर्वनाम कथै कवन, कर्म नाम वर्णत समत। जिह सतगुर सिमरंत नयन के तिमर मिटै खिन। जिह सतगुर सिमरंत हृदय हर नाम दिनो दिन। जिह सतगुर सिमरंत जी की तपत मिटावै। जिह सतगुर सिमरंत रिद्ध सिद्ध नव निध पावै। सोई रामदास गुर बल भण, मिल संगत धन धन करहो। जिह सतगुर लग प्रभ पाइयै, सो सतगुर सिमरो नरहो। हम अवगुण भरे एक गुण नाहि, अमृत छाड़ बिख बिख खाई। माया मोह भरम पै भूले, सुत दारा स्यों प्रीत। इक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरनाई। सो कहो टल गुर सेविय, अहनस सहज दर्शन परसय गुरु कै। जन्म मरण दुख जाय, होवै सिफत खसंबंधी। नूर अर सह कुर सह चटियै, तुद डिठे सच्चे पातशाह। मल जन्म जन्म दी कटियै, सज्जन सच्चा पातशाह। सिर साहादै जिस पास बैठिया सोईयै। सबना दा विसाहो। सतनाम वाहिगुरु साहिब जी। सोरठ महला नौवा। मन रे कौन कुमत तै लीनी। परदारा निंदया रस रचियो। राम भगत नह कीनी।
ਮਨ ਰੇ ਕਾਨ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰਾ ਤੈਂ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈਂ ਹਾਰਿਓ ਆਸ ਥਿਰ ਮਤ ਨਹੀਂ ਪਾਏ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਅੱਜ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ 'ਤੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਤਕਰੀਬਨ 22 ਸਾਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਦਿਆਂ ਬਤੀਤ ਕੀਤੇ। ਸੇਵਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਵਿੱਚ ਇੱਕ ਮਿਕ ਹੋ ਗਏ। ਭੇਦ ਨਹੀਂ ਰਿਹਾ, ਫਰਕ ਨਹੀਂ ਰਿਹਾ। ਸਿੱਖਾਂ ਅੰਦਰ ਚਰਚਾ ਸੀ, ਵਿਚਾਰ ਸੀ ਕਿ ਸ਼ਾਇਦ ਗੁਰਤਾ ਗੱਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਦਾਮਾਦ ਭਾਈ ਰਾਮਾ ਜੀ ਨੂੰ ਦੇਣਗੇ। ਕਈ ਸਿੱਖਾਂ ਦੇ ਵਿੱਚ ਚਰਚਾ ਇਹ ਵੀ ਸੀ ਕਿ ਹੋ ਸਕਦਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਦੇਣ। ਸਿੱਖਾਂ ਦੇ ਮਨ ਦਾ ਇਹ ਸੰਦੇਹ ਨਿਵਾਰਨ ਲਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਲੀਲਾ ਰਚੀ। ਆਪਣੇ ਦੋਨੋਂ ਦਾਮਾਦਾਂ ਨੂੰ ਹੁਕਮ ਕੀਤਾ ਕਿ 2 ਥੜੇ ਬਣਾਓ, ਇੱਕ ਸਵੇਰ ਸਮੇਂ ਬੈਠਣ ਲਈ,
ਇੱਕ ਸ਼ਾਮ ਦੇ ਸਮੇਂ ਬੈਠਣ ਲਈ। ਸਵੇਰੇ ਜਿੱਥੇ ਛਾਂ ਦਾ ਪ੍ਰਬੰਧ ਹੋਵੇ, ਸ਼ਾਮ ਨੂੰ ਜਿੱਥੇ ਛਾਂ ਦਾ ਪ੍ਰਬੰਧ ਹੋਵੇ, ਉਸ ਹਿਸਾਬ ਨਾਲ 2 ਥੜੇ ਚਾਹੀਦੇ ਨੇ। ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਕੇ ਭਾਈ ਰਾਮਾ ਜੀ ਔਰ ਸਤਿਗੁਰੂ ਗੁਰੂ ਰਾਮਦਾਸ ਜੀ ਥੜਾ ਬਣਾਉਣ ਦੀ ਸੇਵਾ ਕਰਨ ਲੱਗੇ। ਥੜੇ ਬਣ ਕੇ ਜਦੋਂ ਤਿਆਰ ਹੋ ਗਏ, ਮਹਾਰਾਜ ਜੀ ਵੇਖਣ ਪਹੁੰਚੇ, ਧੰਨ ਗੁਰੂ ਅਮਰਦਾਸ ਸਾਹਿਬ ਦੇ ਹੱਥ ਵਿੱਚ ਖੂੰਡੀ ਹੈ। ਖੂੰਡੀ ਨਾਲ ਇਸ਼ਾਰਾ ਕਰਕੇ ਕਹਿੰਦੇ ਆ, ਥੜਾ ਸਹੀ ਨਹੀਂ ਬਣਿਆ, ਟੇਢਾ ਹੈ, ਇਹਦੇ 'ਚ ਵਲ ਵਿੰਗ ਨੇ। ਭਾਈ ਸਾਹਿਬ ਭਾਈ ਰਾਮਾ ਜੀ ਅੱਗੋਂ ਬੋਲੇ, ਮਹਾਰਾਜ ਮੈਂ ਤਾਂ ਥੜਾ ਬਿਲਕੁਲ ਸਹੀ ਬਣਾਇਆ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ। ਮਹਾਰਾਜ ਜੀ ਕਹਿੰਦੇ, ਨਹੀਂ ਰਾਮਾ ਜੀ, ਇਹਨੂੰ ਢਾਹ ਕੇ ਦੁਬਾਰਾ ਬਣਾਓ, ਇਹਦੇ 'ਚ ਹਾਲੇ ਵਲ ਵਿੰਗ ਨੇ। ਜਿਹੜੇ ਟੇਢੇ ਹਨ ਜਾਂ ਵਲ ਵਿੰਗ ਦੀ ਬਾਤ ਹੈ ਨਾ, ਉਹ ਗੱਲ ਸਮਝਣ ਵਾਸਤੇ ਬੜੀ ਡੂੰਘੀ ਸੁਰਤ ਚਾਹੀਦੀ ਸੀ। ਭਾਈ ਰਾਮਾ ਜੀ ਉੱਥੇ ਤੱਕ ਹਾਲੇ ਪਹੁੰਚੇ ਨਹੀਂ ਸੀ। ਦਰਅਸਲ ਉਹ ਟੇਢਾਪਨ ਉਸ ਥੜੇ ਵਿੱਚ ਨਹੀਂ ਹੈ, ਉਹ ਟੇਢ ਕੁਝ ਅੰਦਰ ਦੀ ਹੈ, ਹਿਰਦੇ ਦੀ ਹੈ। ਚਲਤ ਕਤ ਟੇਢੋ ਟੇਢੋ ਟੇਢੋ। ਚਲੇ ਗਏ, ਗੁਰੂ ਰਾਮਦਾਸ ਸਾਹਿਬ ਨੂੰ ਕਿਹਾ, ਥੜਾ ਸਹੀ ਨਹੀਂ ਬਣਿਆ, ਢਾਹ ਦਿਓ, ਦੁਬਾਰਾ ਬਣਾਓ। ਸਤ ਬਚਨ, ਮਹਾਰਾਜ ਖਿਮਾ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਜਿਵੇਂ ਤੁਸੀਂ ਕਿਹਾ ਮੈਂ ਬਣਾ ਨਹੀਂ ਸਕਿਆ। ਅਗਲੇ ਦਿਨ ਫੇਰ ਥੜੇ ਬਣਨ ਲੱਗੇ। ਸ਼ਾਮ ਸਮੇਂ ਤੱਕ ਥੜੇ ਬਣ ਕੇ ਤਿਆਰ ਹੋਏ, ਸਾਹਿਬ ਫਿਰ ਪਹੁੰਚੇ। ਭਾਈ ਰਾਮਿਆ, ਥੜਾ ਅੱਜ ਫਿਰ ਟੇਢਾ ਬਣਿਆ, ਅੱਜ ਫੇਰ ਇਹਦੇ 'ਚ ਵਲ ਵਿੰਗ ਦਿਸਦੇ ਨੇ। ਮਹਾਰਾਜ ਤੁਹਾਡੀ ਉਮਰ ਵੱਡੀ ਹੋ ਗਈ ਹੈ, ਤੁਹਾਨੂੰ ਯਾਦ ਨਹੀਂ ਰਹਿੰਦਾ, ਚੇਤੇ ਨਹੀਂ ਰਹਿੰਦਾ, ਮੈਂ ਤਾਂ ਸਹੀ ਬਣਾਇਆ, ਨਾ ਇਹਨੂੰ ਢਾਹ ਕੇ ਦੁਬਾਰਾ ਬਣਾ। ਮਨ 'ਚ ਕ੍ਰਿਜਦਿਆਂ ਭਾਈ ਰਾਮੇ ਨੇ ਉਹ ਥੜਾ ਢਾਇਆ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਕਿਹਾ ਤੇ ਝੱਟ ਚਰਨ ਫੜ ਕੇ ਕਹਿਣ ਲੱਗੇ, ਮਹਾਰਾਜ ਮਾਫ ਕਰ ਦਿਓ, ਅੱਜ ਫੇਰ ਗਲਤੀ ਹੋ ਗਈ। ਢਾਹ ਕੇ ਥੜੇ ਅਗਲੇ ਦਿਨ ਫਿਰ ਬਣੇ। ਮਹਾਰਾਜ ਜੀ ਨੇ ਫਿਰ ਉਹੀ ਲੀਲਾ ਰਚੀ। ਭਾਈ ਰਾਮਾ ਅੱਗੋਂ ਅੜ ਗਏ, ਕਹਿੰਦੇ ਮਹਾਰਾਜ ਮੈਂ ਸਹੀ ਬਣਾਇਆ, ਹੁਣ ਨਹੀਂ ਇਹ ਢਹਿੰਦਾ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਕਿਹਾ ਤੇ ਮਹਾਰਾਜ ਜੀ ਨੇ ਚਰਨ ਫੜੇ ਗੁਰੂ ਅਮਰਦਾਸ ਸਾਹਿਬ ਦੇ, ਘੁੱਟ ਕੇ ਤੇ ਨੇਤਰਾਂ ਦੇ ਜਲ ਨਾਲ ਧੋ ਕੇ ਚਰਨ ਆਖਿਆ, ਮਹਾਰਾਜ ਤੁਸੀਂ ਕਿੰਨੇ ਬਖਸ਼ਾਂਦੋ, ਮੈਂ ਬਾਰ-ਬਾਰ ਭੁੱਲਾਂ ਕਰਦਾ, ਤੁਸੀਂ ਫਿਰ ਬਖਸ਼ਦੇ ਹੋ, ਕਿਰਪਾ ਕਰੋ। ਸੰਗਤ ਨੂੰ ਪਤਾ ਲੱਗ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਹਾਂ ਤੋਂ ਪਕੜ ਕੇ ਚੁੱਕਿਆ ਤੇ ਘੁੱਟ ਕੇ ਆਪਣੀ ਗਲਵੱਕੜੀ 'ਚ ਲੈ ਲਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਦੇਣ ਦਾ ਸਾਰਾ ਪ੍ਰਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਾਬਾ ਸੁੰਦਰ ਜੀ ਦੀ ਪਾਵਨ ਬਾਣੀ ਰਾਮਕਲੀ ਰਾਗ ਦੇ ਵਿੱਚ ਜੋ ਸੱਦ ਨੇ, ਉਹਦੇ ਵਿੱਚ ਉਹ ਸਾਰੀ ਮਰਿਆਦਾ ਕਿ ਕਿਵੇਂ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਨੂੰ ਦਿੱਤੀ, ਉਹ ਬਾਬਾ ਸੁੰਦਰ ਜੀ ਨੇ ਲਿਖੀ। ਗੁਰਗੱਦੀ ਤੇ ਬਿਠਾਇਆ ਬਾਬੇ ਮੋਹਣ ਨੂੰ, ਆਖਿਆ ਆਓ ਬਾਬਾ ਮੋਹਣ ਜੀ ਨਮਸਕਾਰ ਕਰੋ। ਬਾਬੇ ਮੋਹਣ ਨੇ ਥੋੜ੍ਹਾ ਜਿਹਾ ਨੱਕ ਵੱਟਿਆ, ਪਾਸਾ ਵੱਟਿਆ ਕਿ ਮੇਰਾ ਹੱਕ ਸੀ, ਉੱਠ ਕੇ ਚਲੇ ਗਏ। ਬਾਬੇ ਮੋਹਰੀ ਜੀ ਨੂੰ ਕਿਹਾ, ਬਾਬਾ ਮੋਹਰੀ ਜੀ ਨਾਂ ਦੀ ਲੱਜਿਆ ਪਾਲੋਗੇ, ਆਪਣੇ ਦੀ ਮੋਹਰੀ ਹੋ ਮੋਹਰੀ ਬਣੋਗੇ। ਸਤ ਬਚਨ ਕਹਿ ਕੇ ਬਾਬਾ ਮੋਹਰੀ ਜੀ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਾਰੀ ਸੰਗਤ ਨੇ ਅੱਜ ਦੇ ਦਿਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਝੁੱਕ ਕੇ ਪ੍ਰਣਾਮ ਕੀਤੀ। ਔਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਕਿ ਉੱਥੇ ਜਾ ਕੇ ਤੁਸੀਂ ਸੇਵਾ ਕਰਾਓ।
ਤੋ ਅੱਜ ਦੇ ਦਿਨ ਸਤਿਗੁਰੂ ਜੀ ਨੂੰ ਗੁਰਗੱਦੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ। ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਜਗਤ ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਇਆ ਨਿਧ ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਗੱਦੀ ਦਿਵਸ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਆਪਣੀ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ। ਸੋਰਠ ਰਾਗ ਹੈ। ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ। ਹੇ ਮਨ, ਆਪਣੇ ਨਿਜ ਮਨ ਨੂੰ ਸੰਬੋਧਨ ਕਰਦੇ। ਕਦੇ ਆਪਣੇ ਮਨ ਨਾਲ ਗੱਲਾਂ ਕਰਕੇ ਵੇਖੀਏ। ਇਸ ਮਨ ਦੇ ਨਾਲ ਵੀ ਕਦੇ ਵਾਰਤਾ ਕਰਕੇ ਵੇਖੀਏ। ਇਹ ਹਾਲਾਂਕਿ ਇਹਦਾ ਮੂੰਹ ਨਹੀਂ, ਪਰ ਬੋਲਦਾ ਬਹੁਤ ਕੁਝ ਹੈ। ਸੁਣੀਏ ਤਾਂ ਸਹੀ ਆਖਦਾ ਕੀ ਹੈ, ਫਿਰ ਸੁਣ ਕੇ ਇਹਨੂੰ ਸੁਣਾਈਏ। ਭਾਵੇਂ ਇਹਦੇ ਕੰਨ ਨਹੀਂ ਹਨ, ਪਰ ਫਿਰ ਵੀ ਸੁਣਦਾ। ਬਿਨਾਂ ਕੰਨਾਂ ਤੋਂ ਵੀ ਸੁਣਦਾ। ਸੁਣਾਵਾਂਗੇ ਵਕਤਾ ਬਣ ਕੇ ਤੇ ਸਰੋਤਾ ਬਣੇਗਾ। ਪਰ ਜੇ ਸੁਣਾਣਾ ਹੀ ਕਿਸੇ ਹੋਰ ਨੂੰ ਹੈ, ਬਾਹਰ ਹੈ, ਤੇ ਮਨ ਨੂੰ ਨਹੀਂ, ਫਿਰ ਇਹਨੇ ਸਰੋਤਾ ਕਿੱਥੇ ਬਣਨਾ? ਇਹਨੇ ਕਹਿਣਾ ਵੀ ਦੂਜਿਆਂ ਨੂੰ ਸੁਣਾਉਂਦਾ ਫਿਰਦਾ, ਮੈਨੂੰ ਥੋੜ੍ਹੀ ਸੁਣਾਉਣਾ। ਜੇ ਸਰੋਤਾ ਹੀ ਨਿਜ ਮਨ ਨੂੰ ਕਰ ਲਿਆ ਜਾਏ ਤੇ ਵਕਤਾ ਆਪ ਬਣ ਜਾਏ, ਫਿਰ ਸੁਣਾਵੇ ਇਹਨੂੰ, ਜੋ ਨੌਵੇਂ ਪਾਤਸ਼ਾਹ ਦੇ ਬਚਨ ਇੱਥੇ ਨੇ। ਸਾਡੇ ਦੇਸ਼ ਦੇ ਬੜੇ ਮਹਾਨ ਪ੍ਰਸਿੱਧ ਕਵੀ ਹੋਏ ਨੇ ਭਰਥਰੀ ਜੀ। ਬੜਾ ਸਾਹਿਤ ਉਹਨਾਂ ਨੇ ਲਿਖਿਆ। ਇੱਕ ਗ੍ਰੰਥ ਉਹਨਾਂ ਦਾ ਲਿਖਿਆ ਹੋਇਆ ਵੈਰਾਗ ਸ਼ਤਕ। ਜਿਹਦੇ ਚ ਵੈਰਾਗ ਦਾ ਜ਼ਿਕਰ ਹੈ। ਬੜੀ ਸੁੰਦਰ ਕਵਿਤਾ ਹੈ, ਬੜੀ ਸੁੰਦਰ ਰਚਨਾ ਹੈ। ਜਦੋਂ ਗ੍ਰੰਥ ਲਿਖਿਆ ਗਿਆ, ਭਰਥਰੀ ਜੀ ਨੇ ਸੋਚਿਆ ਵੀ ਹੁਣ ਇਹ ਕਿਸੇ ਨੂੰ ਸੁਣਾਵਾਂ। ਲਿਖਿਆ ਤਾਂ ਗਿਆ, ਪਰ ਇਹ ਹੁਣ ਇਹ ਕਿਸੇ ਨੂੰ ਸੁਣਾਵਾਂ ਤਾਂ ਜੋ ਇਹਦੀਆਂ ਕਮੀਆਂ ਪੇਸ਼ੀਆਂ ਉਹ ਮੈਨੂੰ ਪਤਾ ਲੱਗ ਸਕਣ। ਸੋਚਿਆ ਸਾਡੇ ਦੇਸ਼ ਵਿੱਚ ਬੜੇ ਬੜੇ ਵਿਦਵਾਨ ਪੰਡਤ ਨੇ, ਉਹਨਾਂ ਵਿਦਵਾਨਾਂ ਨੂੰ ਜਾ ਕੇ ਸੁਣਾਉਣਾ। ਤੁਰੇ ਜਾਂਦੇ ਨੇ, ਗ੍ਰੰਥ ਹੱਥ ਵਿੱਚ ਫੜਿਆ ਹੋਇਆ ਵੈਰਾਗ ਸ਼ਤਕ। ਜਾਂਦਿਆਂ ਜਾਂਦਿਆਂ ਮਨ 'ਚ ਖਿਆਲ ਆਇਆ ਕਿ ਜੇ ਮੈਂ ਇਹਨਾਂ ਪੰਡਤਾਂ ਨੂੰ ਸੁਣਾਇਆ,
ਵਿਦਵਾਨਾਂ ਨੂੰ ਸੁਣਾਇਆ, ਇਹਨਾਂ ਨੇ ਤਾਂ ਗਲਤੀਆਂ ਹੀ ਕੱਢਣੀਆਂ ਨੇ, ਸਿਧਾਂਤ ਤਾਂ ਸਮਝਣਾ ਨਹੀਂ। ਕਿਉਂਕਿ ਇਹ ਮਤਸਰ ਤੇ ਈਰਖਾ ਦੀ ਅੱਗ ਦੇ ਵਿੱਚ ਮੱਚ ਜਾਣਗੇ ਵੀ ਸਾਡੇ ਤੋਂ ਵੱਡਾ ਵਿਦਵਾਨ ਕਿਵੇਂ ਕੋਈ ਹੋ ਸਕਦਾ, ਸਾਡੇ ਤੋਂ ਵੱਡਾ ਗਿਆਨੀ ਕੋਈ ਕਿਵੇਂ ਹੋ ਸਕਦਾ। ਇਹ ਪ੍ਰੋਗਰਾਮ ਭਰਥਰੀ ਜੀ ਨੇ ਕੈਂਸਲ ਕਰ ਦਿੱਤਾ ਵੀ ਇਹਨਾਂ ਪੰਡਤਾਂ ਨੂੰ, ਵਿਦਵਾਨਾਂ ਨੂੰ ਨਹੀਂ ਸੁਣਾਉਣਾ। ਇਹਨਾਂ ਨੇ ਸੁਣ ਕੇ ਸਲਾਹੁਣਾ ਨਹੀਂ ਹੈ, ਇਹਨਾਂ ਨੇ ਸੁਣ ਕੇ ਸਦੋਂ ਈਰਖਾ ਕਰਨੀ ਹੈ, ਦਵੈਸ਼ ਕਰਨੀ ਹੈ। ਪਹਿਲਾਂ ਤਾਂ ਸਵਾਲ ਕਰਨਗੇ ਵੀ ਤੂੰ ਹੁੰਦਾ ਕੌਣ ਹੈ, ਕਿੱਥੋਂ ਪੜ੍ਹਿਆ। ਮਨ ਟੁੱਟੇਗਾ ਮੇਰਾ ਵੀ ਮੈਂ ਮਿਹਨਤ ਕਰਕੇ ਏਡਾ ਵੱਡਾ ਗ੍ਰੰਥ ਲਿਖਿਆ ਹੈ ਕਾਵਿ ਦਾ, ਛੱਡ ਮਨਾ ਇੱਥੋਂ ਚੱਲ। ਸੋਚਿਆ ਰਾਜਿਆਂ ਦੀ ਸਭਾ ਵਿੱਚ ਜਾ ਕੇ ਜੇ ਮੈਂ ਰਾਜਿਆਂ ਨੂੰ ਸੁਣਾਵਾਂ ਸ਼ਾਇਦ ਉਹਨਾਂ ਦੇ ਜੀਵਨ ਬਦਲ ਜਾਣ, ਕਿਉਂਕਿ ਰਾਜਾ ਭਰਥਰੀ ਵੀ ਕਿਸੇ ਸਮੇਂ ਰਾਜਾ ਸੀ, ਯੋਗੀ ਬਾਅਦ ਵਿੱਚ ਬਣਿਆ। ਆਪਣੇ ਯੋਗੀ ਬਣਨ ਦਾ ਸਾਰਾ ਪ੍ਰਸੰਗ ਇਸੇ ਗ੍ਰੰਥ ਵੈਰਾਗ ਸ਼ਤਕ ਵਿੱਚ ਭਰਥਰੀ ਜੀ ਨੇ ਲਿਖਿਆ। ਜਦੋਂ ਰਾਜਿਆਂ ਵਾਲੇ ਪਾਸੇ ਨੂੰ ਜਾਣ ਲੱਗੇ, ਰਾਜ ਸਭਾ ਦੇ ਐਨ ਦਰਵਾਜ਼ੇ ਤੋਂ ਵਾਪਸ ਪਰਤ ਕੇ ਆ ਗਏ। ਇਹ ਰਾਜਿਆਂ ਨੇ ਮੇਰਾ ਇਹ ਗਿਆਨ ਕਿੱਥੇ ਸੁਣਨਾ ਹੈ, ਇਹ ਤਾਂ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਹੀ ਮਸਤ ਨੇ, ਐਸ਼ੋ ਪ੍ਰਸਤੀ ਦੇ ਜੀਵਨ ਵਿੱਚ ਹੀ ਮਸਤ ਨੇ। ਇਹਨਾਂ ਨੂੰ ਇਹ ਮੇਰੀਆਂ ਗਿਆਨ ਤੇ ਵਿਰਾਗ ਦੀਆਂ ਗੱਲਾਂ ਕਿੱਥੇ ਚੰਗੀਆਂ ਲੱਗਣੀਆਂ। ਛੱਡ ਮਨਾ, ਇੱਥੋਂ ਵੀ ਪਾਸੇ ਹਟ ਚੱਲ। ਫਿਰ ਸੋਚਿਆ ਕਿ ਜਿਹੜੀ ਆਮ ਲੋਕਾਈ ਹੈ, ਆਮ ਪਬਲਿਕ ਹੈ, ਉਹਨਾਂ ਨੂੰ ਸੁਣਾਵਾਂ। ਜਦੋਂ ਉਹਨਾਂ ਵੱਲ ਵੇਖਿਆ ਤੇ ਕੋਈ ਲੂਣ ਲੈਣ ਦੌੜਿਆ ਹੋਇਆ, ਕੋਈ ਖੰਡ ਲੈਣ ਦੌੜਿਆ ਹੋਇਆ, ਕੋਈ ਕਿਤੇ ਕੋਈ ਕਿਤੇ, ਕੋਈ ਕਿਸੇ ਦੁੱਖ ਕਰਕੇ ਗਰਸਿਆ, ਕੋਈ ਕਿਸੇ। ਸੋਚਿਆ ਵੀ ਇਹ ਵੀ ਆਪਣੇ ਆਪ ਵਿੱਚ ਹੀ ਮਸਤ ਨੇ, ਗੱਲ ਇਹਨਾਂ ਨੇ ਵੀ ਮੇਰੀ ਨਹੀਂ ਸੁਣਨੀ। ਹਾਂ, ਇੰਨਾ ਜ਼ਰੂਰ ਹੈ ਕਿ ਸੁਣ ਕੇ ਭਾਵੇਂ ਵਿੱਚੋਂ ਨੁਕਸ ਨਾ ਕੱਢਣ, ਕੰਨ ਰਸ ਲਈ ਸੁਣ ਤਾਂ ਲੈਣਗੇ, ਕੰਨ ਰਸ ਲਈ ਸੁਣ ਕੇ ਕੁਝ ਸਮੇਂ ਲਈ ਸਿਰ ਤਾਂ ਹਿਲਾ ਲੈਣਗੇ, ਪਰ ਮੰਨਣਗੇ ਨਹੀਂ। ਛੱਡ ਮਨਾ, ਇਹਨਾਂ ਨੂੰ ਵੀ ਕੀ ਸੁਣਾਉਣਾ। ਸੋਚਦੇ ਨੇ ਬੈਠੇ, ਵੇਖਦੇ ਨੇ ਆਲੇ ਦੁਆਲੇ ਨਿਗਾਹ ਮਾਰ ਕੇ ਕਿਸ ਨੂੰ ਸੁਣਾਵਾਂ। ਆਖੀਰ ਨੇਤਰ ਬੰਦ ਕੀਤੇ। ਜਦੋਂ ਬਾਹਰਮੁਖੀ ਬਿਰਤੀ ਤੋਂ ਉਪਰਾਮ ਹੋ ਕੇ ਬਿਰਤੀ ਅੰਤਰਮੁਖੀ ਕੀਤੀ, ਤੇ ਜਦੋਂ ਪਹਿਲਾਂ ਬਾਹਰ ਹੀ ਵੇਖਦੇ ਸੀ, ਬਾਹਰ ਹੀ ਸਭ ਕੁਝ ਦਿਸਦਾ ਸੀ ਵੀ ਕਿਹਨੂੰ ਸੁਣਾਵਾਂ, ਲੱਭਦੇ ਫਿਰਦੇ ਸੀ। ਨੇਤਰ ਮੁੰਦ ਕੇ ਜਦੋਂ ਆਪਣੇ ਅੰਦਰ ਝਾਤ ਮਾਰੀ ਤੇ ਆਖਿਆ, ਓਹੋ ਮੇਰੇ ਅੰਦਰ ਏਡਾ ਵੱਡਾ ਸਰੋਤਾ ਬੈਠਾ ਹੈ ਮਨ, ਮੈਂ ਆਪਣੇ ਮਨ ਨੂੰ ਕਿਉਂ ਨਾ ਸੁਣਾਵਾਂ। ਭਰਥਰੀ ਹਰੀ ਜੀ ਲਿਖਦੇ ਨੇ, ਸਰੋਤਾ ਨਿਜ ਮਨ ਕੋ ਕੀਓ ਵਕਤਾ ਭਇਓ ਨਿਰਪਿਆਪ। ਆਪਣੇ ਮਨ ਨੂੰ ਸਰੋਤਾ ਬਣਾ ਕੇ ਰਾਜਾ ਭਰਥਰੀ ਜੀ ਆਪ ਵਕਤਾ ਬਣ ਕੇ ਉਹ ਸਾਰਾ ਗ੍ਰੰਥ ਆਪਣੇ ਮਨ ਨੂੰ ਸੁਣਾਇਆ। ਇਹ ਕਥਾ ਮੈਂ ਤਾਂ ਸਰਵਣ ਕਰਾਈ ਹੈ ਕਿ ਗੁਰਬਾਣੀ ਅਸੀਂ ਦੂਸਰੇ ਨੂੰ ਨਹੀਂ ਸੁਣਾਉਣੀ, ਗੁਰਬਾਣੀ ਅਸੀਂ ਆਪਣੇ ਨਿਜ ਮਨ ਨੂੰ ਸੁਣਾਉਣੀ ਹੈ, ਸਾਡੇ ਨਿਜ ਮਨ ਲਈ ਉਪਦੇਸ਼ ਹੈ। ਹਾਂ, ਸੁਣਾਉਂਦਿਆਂ ਕੋਈ ਕੋਲ ਬੈਠਾ ਸੁਣ ਜਾਏ, ਉਹ ਲਾਹਾ ਪ੍ਰਾਪਤ ਕਰ ਲੈ, ਗੱਲ ਵੱਖਰੀ ਹੈ। ਇਹ ਸਾਡੇ ਨਿਜ ਮਨ ਵਾਸਤੇ, ਤੇ ਇੱਥੇ ਆਪਣੇ ਨਿਜ ਮਨ ਨੂੰ ਹੀ ਸੰਬੋਧਨ ਕਰਦਿਆਂ ਕਹਿ ਰਹੇ ਨੇ ਨੌਵੇਂ ਪਾਤਸ਼ਾਹ, ਸਾਨੂੰ ਸਾਰਿਆਂ ਨੂੰ ਤਰੀਕਾ ਦੱਸ ਰਹੇ ਨੇ ਕਿ ਆਪਣੇ ਮਨ ਨਾਲ ਕਿਵੇਂ ਗੱਲਾਂ ਕਰਨੀਆਂ ਨੇ। ਤੇ ਜਦੋਂ ਮਨ ਵਿੱਚ ਵੇਖਿਆ ਵੀ ਮਨ ਵਿੱਚ ਤਾਂ ਬੜੀਆਂ ਭੈੜੀਆਂ ਵਿਚਾਰਾਂ ਚੱਲ ਰਹੀਆਂ ਨੇ, ਨਿਗਾਹ ਮਾਰੀ, ਝਾਤ ਮਾਰੀ ਵੀ ਮਨ ਤਾਂ ਬੜਾ ਖੋਟਾ ਹੋ ਰਿਹਾ ਹੈ, ਇਹ ਤਾਂ ਵਿਗੜ ਗਿਆ, ਮੈਂ ਤਾਂ ਇਹਦਾ ਧਿਆਨ ਹੀ ਨਹੀਂ ਕੀਤਾ, ਇਹਦਾ ਖਿਆਲ ਹੀ ਨਹੀਂ ਕੀਤਾ, ਇਹ ਤਾਂ ਵਿਗੜ ਚੁੱਕਾ ਹੈ।
ਜਦੋਂ ਵਿਗੜੇ ਹੋਏ ਮਨ ਨੂੰ ਵੇਖਿਆ ਤੇ ਫਿਰ ਆਖਿਆ, ਮਨ ਇਹ ਖੋਟੀ ਮਤ ਤੂੰ ਕਿਹਦੀ ਲੈ ਲਈ ਹੈ। ਮਨ ਰੇ ਕੌਣ ਕੁਮਤ ਤੈਂ ਲੀਨੀ, ਆ ਕਿਹਦੀ ਕੁਮਤ, ਆ ਕਿਹਦੀ ਖੋਟੀ ਮਤ ਤੂੰ ਮਨਾ ਲਈ ਬੈਠਾ। ਇਹ ਤੇਰੀ ਮਤ ਨਹੀਂ, ਤੂੰ ਤਾਂ ਸ਼ੁੱਧ ਸਰੂਪ ਹੈ। ਇਹ ਮਨ, ਤੂੰ ਤਾਂ ਜੋਤ ਸਰੂਪ ਹੈ। ਇਹ ਖੋਟੀ ਮਤ ਲੈ ਕੇ ਤੂੰ ਖੋਟਾ ਹੋ ਰਿਹਾ, ਇਹ ਤੇਰੀ ਮਤ ਨਹੀਂ ਹੈ। ਇਹ ਰੰਗ ਤੇਰੇ ਨਹੀਂ ਹਨ ਜੋ ਤੇਰੇ ਤੇ ਲੱਗੇ ਹੋਏ ਨੇ। ਤੂੰ ਤਾਂ ਉਜਵਲ ਹੈ ਮੋਤੀ ਵਾਂਗੂ। ਜਿਵੇਂ ਬਿਲੌਰ ਦਾ ਸ਼ੀਸ਼ਾ ਜਿਸ ਰੰਗ ਤੇ ਰੱਖੀ ਉਹੋ ਜਿਹਾ ਹੋ ਜਾਂਦਾ ਹੈ, ਅਸਲ ਵਿੱਚ ਉਹਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਮਨਾ ਤੂੰ ਉਸ ਬਿਲੌਰ ਦੇ ਸ਼ੀਸ਼ੇ ਵਾਂਗੂ ਹੈ। ਇਹ ਜਿਹੜੇ ਰੰਗ ਤੂੰ ਵੇਖ ਰਿਹਾ, ਜਿਨ੍ਹਾਂ ਵਿੱਚ ਤੂੰ ਰੰਗਿਆ ਹੋਇਆ, ਇਹ ਤੇਰੇ ਨਹੀਂ ਹਨ। ਇਹ ਮਤ ਤੇਰੀ ਨਹੀਂ ਜੋ ਤੂੰ ਧਾਰਨ ਕੀਤੀ ਹੋਈ ਹੈ। ਇਹ ਕੁਮਤ ਹੈ, ਕੁਮਤ, ਖੋਟੀ ਮਤ। ਕੁਮਤ ਦਾ ਮਤਲਬ ਹੁੰਦਾ ਖੋਟੀ ਮਤ, ਦੁਰਮਤ, ਭੈੜੀ ਮਤ। ਆ ਤੂੰ ਕਿਸ ਦੀ ਮਤ ਲੈ ਲਈ ਹੈ। ਅਕਸਰ ਆਪਾਂ ਕੋਈ ਬੰਦਾ ਜਾਂ ਕੋਈ ਬਾਲਕ ਸਾਡਾ ਜਾਂ ਕੋਈ ਮਿੱਤਰ ਮਾੜੇ ਕੰਮ ਦੇ ਵਿੱਚ ਜਾਣ ਲੱਗੇ ਤੇ ਆਪਾਂ ਕਹਿੰਦੇ ਆ, ਤੈਨੂੰ ਇਹ ਮਾੜੀ ਮਤ ਕਿਹਨੇ ਦੇ ਦਿੱਤੀ ਬਈ, ਤੂੰ ਤਾਂ ਚੰਗਾ ਭਲਾ ਹੁੰਦਾ ਸੀ। ਵੀ ਤੈਨੂੰ ਇਹ ਮਾੜੀ ਮਤ ਕਿਹਨੇ ਦੇ ਦਿੱਤੀ। ਉਹ ਕਹਿੰਦਾ, ਮੈਨੂੰ ਮਿਲ ਗਏ ਕੁਝ ਇਹੋ ਜਿਹੇ ਲੋਕ ਜਿਨ੍ਹਾਂ ਕੋਲ ਬਹਿ ਕੇ ਪਹਿਲਾਂ ਮੈਨੂੰ ਡੱਬੀ ਖੋਲ ਕੇ ਆਫਰ ਕੀਤੀ ਵੀ ਲੈ, ਮੁੜ ਕੇ ਸਹਿਜੇ ਸਹਿਜੇ ਮੈਂ ਵੀ ਉਹਨਾਂ ਵਰਗਾ ਹੋ ਗਿਆ। ਯਾਨੀ ਕਿ ਸੰਗਤ ਦਾ ਰੰਗ ਕਬੂਲਦਾ। ਹੇ ਮਨਾ, ਇਹ ਤੇਰਾ ਸੁਭਾਅ ਤਾਂ ਨਹੀਂ ਸੀ। ਤੂੰ ਤਾਂ ਬੜੇ ਵਧੀਆ ਖਾਨਦਾਨ ਵਿੱਚ ਜਨਮਿਆ ਬਈ। ਤੇਰਾ ਪਿਤਾ ਤੇਰੀ ਮਾਤਾ ਉਹ ਤਾਂ ਬੜੇ ਧਰਮੀ ਪੁਰਸ਼ ਨੇ। ਤੇਰੇ ਪਰਿਵਾਰ ਵਿੱਚੋਂ ਤਾਂ ਤੈਨੂੰ ਇਹ ਮਤ ਨਹੀਂ ਮਿਲੀ। ਕਿੱਥੋਂ ਮਿਲੀ? ਖੋਟੇ ਮਤ, ਭੈੜੇ ਪੁਰਸ਼ਾਂ ਦੇ ਸੰਗ ਚੋਂ ਇਹ ਤੈਨੂੰ ਮਤ ਮਿਲੀ। ਐ ਮਨ, ਇਹ ਕੁਮਤ ਤੂੰ ਕਿਸ ਕੋਲੋਂ ਲੈ ਲਈ ਹੈ? ਇਹ ਕਿਸ ਦੀ ਮਤ ਤੂੰ ਗ੍ਰਹਿਣ ਕਰ ਲਈ ਹੈ? ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਪਰਦਾਰਾ, ਦਾਰਾ ਨਾਮ ਹੁੰਦਾ ਇਸਤਰੀ ਦਾ, ਪਰ ਨਾਮ ਪਰਾਈ ਦਾ। ਪਰਾਈ ਇਸਤਰੀ ਦੇ ਰਸ ਵਿੱਚ ਤੂੰ ਰਚਿਆ ਹੋਇਆ। ਤੱਕਹ ਨਾਰ ਪਰਾਈਆਂ ਲੋਕੰਦਰ ਠਾਣੀ। ਮਨ 'ਚ ਮੰਦ ਭਾਵਨਾ ਰੱਖ ਕੇ, ਮੰਦ ਬਿਰਤੀ ਰੱਖ ਕੇ ਪਰਦਾਰਾ ਦੇ ਰਸ ਵਿੱਚ ਤੂੰ ਰਚਿਆ ਹੋਇਆ। ਗੁਰਦੇਵ ਨੇ ਆਪਣੇ ਸਿੱਖ ਦੇ ਕਿਰਦਾਰ ਨੂੰ ਉੱਚਿਆਂ ਚੁੱਕਣ ਲਈ ਅਨੇਕ ਪ੍ਰਕਾਰ ਦੀਆਂ ਕਹਾਣੀਆਂ, ਕਥਾਵਾਂ ਦਸਮ ਬਾਣੀ 'ਚ ਅੰਕਿਤ ਕੀਤੀਆਂ। ਉਸ ਬਾਣੀ ਦਾ ਨਾਮ ਹੈ ਚਰਿੱਤਰ। ਭੱਦੇ ਤੋਂ ਭੱਦੇ ਚਰਿੱਤਰ ਦੇ ਲੋਕਾਂ ਦਾ ਵੀ ਜ਼ਿਕਰ ਕੀਤਾ ਪਾਤਸ਼ਾਹ ਨੇ। ਉੱਥੇ ਬੜੇ ਉੱਚੇ ਚਰਿੱਤਰਵਾਨ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਭੱਦੇ ਚਰਿੱਤਰ ਕਰਕੇ ਇਹੋ ਜਿਹੀ ਭੈੜੀ ਬਿਰਤੀ ਪ੍ਰਾਪਤ ਹੁੰਦੀ ਹੈ, ਔਰ ਸ੍ਰੇਸ਼ਟ ਚਰਿੱਤਰ ਕਰਕੇ ਇਹੋ ਜਿਹੀ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਉੱਥੇ ਪਾਤਸ਼ਾਹ ਲਿਖਦੇ ਨੇ, ਪਰਦਾਰਾ ਕੇ ਭਜੇ ਚੰਦਰਮਾ ਕਲੰਕ ਲਗਾਏ। ਚੰਦਰਮਾ ਦੇ ਉੱਤੇ ਜਿਹੜਾ ਕਲੰਕ ਲੱਗਾ, ਇਹ ਪਰਦਾਰਾ ਦੇ ਭਜਨ ਕਰਕੇ। ਉਹ ਤਾਂ ਕਲੰਕੀ ਹੋਇਆ ਜਦੋਂ ਇੰਦਰ ਨੇ ਸੱਤ ਤੋੜਿਆ। ਉਹਦੇ ਵਿੱਚ ਚੰਦਰਮਾ ਭਾਗੀਦਾਰ ਸੀ ਗੌਤਮ ਦੀ ਨਾਰ ਦਾ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਰਦੇ ਆ। ਗੌਤਮ ਨਾਰ ਉਮਾਪਤ ਸੁਆਮੀ। ਤੇ ਕਹਿੰਦੇ ਉਸ ਵੇਲੇ ਇੱਕ ਸਰਾਪ ਚੰਦਰਮਾ ਨੂੰ ਵੀ ਦਿੱਤਾ ਗਿਆ, ਕਲੰਕੀ ਹੋ ਗਿਆ। ਵੇਖ ਪਰਾਈ ਦਾਰਾ ਦੇ ਭਜਨ ਕਰਕੇ ਕੌਰਵਾਂ ਦੀ, ਦੁਰਯੋਧਨ ਦੀ ਕੀ ਹਾਲਤ ਹੋਈ। 12 ਯੋਜਨ ਛਤਰ ਚਲੇ ਥਾ। ਦ੍ਰੋਪਦੀ ਹੀ ਕਾਰਨ ਬਣੀ ਸੀ ਲੜਾਈ ਦਾ, ਜੰਗ ਦਾ। ਪਰ ਦਾਰਾ ਦੇ ਭਜਨ ਕਰਕੇ ਵੇਖੋ ਉਸ ਕਾਇਰਵਾਂ ਦਾ, ਜੋ ਬੜੇ ਬਲੀ ਸਨ, ਯੋਧੇ ਸਨ, ਕੀ ਹਾਲਤ ਹੋਈ। ਕਰਕ ਹੋ ਗਏ।
रावण महान विद्वान है, पंडित है, ਗਿਆਨੀ ਹੈ, ਪਰ ਦਾਰਾ ਦੇ ਭਜਨ ਕਰਕੇ ਜਦੋਂ ਸੀਤਾ ਨੂੰ ਲੈ ਗਿਆ ਹਰ ਕੇ, ਕਿੱਡਾ ਵੱਡਾ ਕਲੰਕ ਲੱਗਾ। ਇਹ ਜੇਕਰ ਗੁਰੂਦੇਵ ਨੇ ਚਰਿਤਰੋਪਖਿਆਨ ਬਾਣੀ ਵਿੱਚ ਕੀਤਾ। ਫਿਰ ਮੇਰੇ ਸਾਹਿਬ ਕਹਿੰਦੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਭੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, निज नारी के साथ नित तुम नेह बढ़ैया, पर नारी की सेज फूल सुपने होना जाइए। जैसा संग बिसियर का है रे, तैसो ही एह पर गृह। किसे भयानक फनियर नाग दे नाल बैठना, ਉਹਦੀ ਸੰਗਤ ਕਰਨੀ जितनी खतरनाक ਹੁੰਦੀ है, घातक ਹੁੰਦੀ है, ਓਨਾ ਹੀ ਘਾਤਕ ਹੁੰਦਾ ਪਰ ਇਸਤਰੀ ਦਾ ਸੰਗ, ਪਰ ਪੁਰਖ ਦਾ ਸੰਗ। ਜੈਸਾ ਸੰਗ ਬਿਸਿਅਰ ਕਾ ਹੈ ਰੇ, ਤੈਸੋ ਹੀ ਇਹ ਪਰ ਗ੍ਰਹਿ। ਮਹਾਰਾਜ ਗੁਰਬਾਣੀ 'ਚ ਬੜਾ ਸਪਸ਼ਟ ਲਿਖਦੇ। ਇੱਥੇ ਵੀ ਪਾਤਸ਼ਾਹ ਕਹਿੰਦੇ, ਮਨਾ ਤੂੰ ਕਿਹੜੀ ਖੋਟੀ ਮਤ ਨੂੰ ਧਾਰਨ ਕਰੀ ਬੈਠਾ, ਪਰਾਈ ਦਾਰਾ ਦੇ ਰਸ ਵਿੱਚ, ਫਿਰ ਪਰਾਈ ਨਿੰਦਿਆ ਦੇ ਰਸ ਵਿੱਚ। ਪਰ ਦਾਰਾ ਨਿੰਦਿਆ ਰਸ ਰਚਿਓ, ਫਿਰ ਪਰਾਈ ਨਿੰਦਿਆ ਦੇ ਰਸ ਵਿੱਚ। ਕਿਸੇ ਦੂਜੇ ਦੀ ਨਿੰਦਾ ਸੁਣਨੀ ਇਹਨੂੰ ਬੜੀ ਚੰਗੀ ਲੱਗਦੀ। ਹਾਂ, ਮੇਰੇ ਵਾਸਤੇ ਨਾ ਕੋਈ ਮਾੜਾ ਸ਼ਬਦ ਕਹੇ, ਮੈਨੂੰ ਨਾ ਕੋਈ ਕਹੇ ਵੀ ਤੂੰ ਬੜਾ ਬੰਦਾ ਮਾੜਾ ਹੈ, ਮੈਂ ਆਪਣੀ ਨਿੰਦਾ ਨਹੀਂ ਸੁਣ ਸਕਦਾ। ਮੇਰੇ ਕੰਨ ਬੋਲੇ ਨੇ, ਆਪਣੀ ਨਿੰਦਾ ਨਹੀਂ ਸੁਣਦੇ, ਪਰ ਆਪਣੀ ਉਸਤਤ ਜ਼ਰੂਰ ਸੁਣ ਲੈਂਦੇ ਆ। ਮੇਰੇ ਕੰਨ ਬੋਲੇ ਨੇ, ਮੈਨੂੰ ਘੱਟ ਸੁਣਦਾ, ਕਦੇ ਕਦੇ ਮੇਰੀ ਉਪਮਾ ਤਾਂ ਮੈਨੂੰ ਸੁਣਦੀ ਹੈ, ਪਰ ਜਦੋਂ ਕੋਈ ਮੇਰੇ ਲਈ ਅਪਮਾਨਕ ਬੋਲ ਬੋਲਦਾ ਮੈਨੂੰ ਨਹੀਂ ਸੁਣਦੇ, ਨਿੰਦਕ ਬੋਲ ਬੋਲਦਾ ਤੇ ਮੈਨੂੰ ਨਹੀਂ ਸੁਣਦੇ। ਮੈਂ ਇਹੋ ਜਿਹਾ ਸਵਾਰਥੀ, ਪਰਾਈ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ। ਨਿੰਦਾ ਕਰ ਹਰਣਾਕਸ਼ੈ, ਵੇਖੋ ਫਲ ਵੱਟੇ। ਭਾਈ ਸਾਹਿਬ ਭਾਈ ਗੁਰਦਾਸ ਆਪਣੀਆਂ ਵਾਰਾਂ ਵਿੱਚ ਲਿਖਦੇ ਵੀ ਨਿੰਦਾ ਕਰਨ ਵਾਲਿਆਂ ਨੂੰ ਕੀ ਮਿਲਿਆ। ਨਿੰਦਾ ਕਰ ਹਰਣਾਕਸ਼ੈ, ਵੇਖੋ ਫਲ ਵੱਟੇ। ਲੰਕ ਲੁਟਾਈ ਰਾਵਣ, ਮਸਤਕ 10 ਕੱਟੇ। ਹਰਣਾਕਸ਼ ਨੂੰ ਕੀ ਮਿਲਿਆ ਨਿੰਦਾ ਕਰਕੇ? ਫਲ ਵੱਟੇ, ਵੱਟੇ ਹੀ ਖਾਣੇ ਪਏ, ਲੋਕਾਂ ਦੀਆਂ ਤਰਕਾਰਾਂ ਲਾਹਨਤਾਂ ਦੇ। ਰਾਵਣ ਨੇ ਨਿੰਦਾ ਕੀਤੀ, ਕੀ ਖੱਟਿਆ? ਭਾਈ ਗੁਰਦਾਸ ਜੀ ਕਹਿੰਦੇ, ਲੰਕ ਲੁਟਾਈ ਰਾਵਣ, ਮਸਤਕ 10 ਕੱਟੇ, 10 ਸਿਰ ਵੀ ਕਟਾਣੇ ਪੈ ਗਏ। ਉਹ ਵੀ ਨਿੰਦਕ ਸੀ। ਇਸ ਕਰਕੇ ਪਾਤਸ਼ਾਹ ਕਹਿੰਦੇ, ਜਿਹੜਾ ਇਹ ਖੋਟਾ ਮਨ ਹੈ ਨਾ, ਖੋਟਾ, ਇਹ ਪਰਾਈ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ। ਆਪਣੇ ਮਨ ਨੂੰ ਤੂੰ ਪਰਾਈ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ, ਤੈਨੂੰ ਕਿਸੇ ਦੂਜੇ ਦੀ ਨਿੰਦਾ ਬੜੀ ਚੰਗੀ ਲੱਗਦੀ ਹੈ। ਤੇਰੇ ਕੰਨ ਹਮੇਸ਼ਾ ਬੱਬਰ ਸ਼ੇਰ ਬਣੇ ਰਹਿੰਦੇ ਆ ਕਿਸੇ ਦੂਜੇ ਦੀ ਨਿੰਦਾ ਸੁਣਨ ਵਾਸਤੇ। ਤੇ ਉਸ ਵਕਤ ਜੇ ਕੋਈ ਨਾਮ ਹੀ ਸੁਣਾਵੇ ਤੇ ਹਿਲਾ ਹਿਲਾ ਕੇ ਪੁੱਛਦਾ, ਹਾਂ ਵੀ ਸੁਣਾ ਨਵੀਂ ਤਾਜੀ ਤਾਂ ਕੋਈ ਸੁਣਾ। ਉਹ ਨਵੀਂ ਤਾਜੀ ਸੁਣਨ ਦਾ ਮਤਲਬ ਹੁੰਦਾ ਕਿਸੇ ਦੀ ਨਿੰਦਾ। ਜਿਹੜੇ ਗੁਰਮੁਖ ਨੇ ਉਹ ਕਹਿੰਦੇ ਕੋਈ ਰੱਬ ਦੀ ਸੁਣਾ ਬਈ, ਕੋਈ ਪਰਮੇਸ਼ਰ ਦੀ ਸੁਣਾ। ਬਾਕੀ ਤਾਂ ਬੜੀਆਂ ਸੁਣੀਆਂ ਨੇ ਗੱਲਾਂ ਸੰਸਾਰ ਦੀਆਂ, ਕੋਈ ਰੱਬ ਦੇ ਘਰ ਦੀ ਵੀ ਸੁਣਾਓ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕੋਈ ਰੱਬ ਦੇ ਘਰ ਦੀ ਸੁਣਾਓ। ਪਰ ਖੋਟਾ ਮਨ ਪਰਾਈ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ। ਔਰ ਨਿੰਦਕ ਨਿੰਦਾ ਕਰਦੇ ਨੇ,
ਕੋਲ ਬੈਠਾ ਸੁਣਨ ਵਾਲਾ ਨਿੰਦਾ ਕਰਨ ਵਾਲੇ ਦੇ ਨਾਲ ਓਨਾ ਹੀ ਭਾਗੀਦਾਰ ਹੈ। ਜੋ ਸੁਣੇ ਹੀ ਨਾ ਆਖੇ ਭਾਈ ਮੇਰੇ ਕੋਲ ਨਾ ਕੋਈ ਨਿੰਦਾ ਕਰ, ਉਹ ਆਪੇ ਚੁੱਪ ਕਰ ਜੂ। ਜਦੋਂ ਆਪ ਕਹਿਣਾ ਹਾਂ ਸੁਣਾ 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 ਬੜੇ ਚਾਅ ਨਾਲ, ਫਿਰ ਉਹਨੇ ਵੀ ਸੁਣਾਉਣਾ, ਉਹ ਵੀ ਭਾਗੀਦਾਰ, ਇਹ ਵੀ ਭਾਗੀਦਾਰ। ਉਹਨੇ ਤਾਂ ਪੰਡ ਲਿਆਂਦੀ ਸੀ ਮੈਲ ਦੀ ਚੁੱਕ ਕੇ, ਕੂੜ ਕਬਾੜ ਦੀ, ਉਹਦੇ ਚੋਂ ਅੱਧੀ ਇਹਨੇ ਲੈ ਲਈ ਸੁਣ ਕੇ। ਉਹ ਤਾਂ ਲਿਆਇਆ ਹੀ ਸੀ ਕਿਸੇ ਦਾ ਮੈਲਾ ਧੋ ਕੇ, ਕਿਸੇ ਦਾ ਗੰਦ ਧੋ ਕੇ ਲਿਆਇਆ, ਉਹਦੇ ਚੋਂ ਹਿੱਸੇਦਾਰੀ ਇਹਨੇ ਰੱਖ ਲਈ ਵੀ ਮੈਂ ਕਿਉਂ ਪਿੱਛੇ ਰਹਾਂ। ਪਰਾਈ ਨਿੰਦਿਆ ਦੇ ਰਸ ਵਿੱਚ ਵੀ ਇਹ ਜੀਵ ਰਚਿਆ ਹੋਇਆ, ਇਹ ਮਨ ਰਚਿਆ ਹੋਇਆ। ਔਰ ਜਿਹੜਾ ਇਹਦਾ ਅਸਲੀ ਮਕਸਦ ਹੈ, ਕੰਮ ਹੈ, ਉਹਦੇ ਤੋਂ ਖੁੰਝਿਆ ਹੋਇਆ। ਰਾਮ ਭਗਤ, ਰਾਮ ਦੀ ਜਿਹੜੀ ਭਗਤੀ ਸੀ ਉਹ ਕੀਤੀ ਨਹੀਂ, ਉਹਦੇ ਤੋਂ ਖੁੰਝਿਆ ਹੋਇਆ। ਅਸਲ ਕੰਮ ਤਾਂ ਇਹੀ ਸੀ ਨਾ। ਇਹ ਕੰਮ ਭੁੱਲਿਆ ਹੋਇਆ ਇਸ ਮਨ ਨੂੰ। ਐ ਮਨਾ ਕਿ ਤੂੰ ਆਹ ਕੁਝ ਕਰਨ ਆਇਆ ਜੋ ਉੱਪਰ ਦੱਸਿਆ, ਕਿ ਤੇਰਾ ਜਨਮ ਇਸ ਕਰਕੇ ਹੋਇਆ। ਜਿਹੜਾ ਤੇਰਾ ਅਸਲ ਕੰਮ ਸੀ ਉਹ ਤੈਨੂੰ ਭੁੱਲਿਆ ਹੋਇਆ, ਉਹ ਤੈਨੂੰ ਖੁੰਝਿਆ ਹੋਇਆ। ਤੂੰ ਰਾਮ ਦੀ ਭਗਤੀ ਨਹੀਂ ਕਰਦਾ, ਪਰਮੇਸ਼ਰ ਦਾ ਚਿੰਤਨ ਨਹੀਂ ਕਰਦਾ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਜਿਹੜਾ ਮੁਕਤੀ ਦਾ ਰਾਹ ਹੈ, ਮੁਕਤੀ ਦਾ ਪੰਥ, ਮੁਕਤੀ ਦਾ ਰਸਤਾ ਹੈ, ਉਹ ਤੋਂ ਜਾਣਿਆ ਨਹੀਂ। ਜਿਹੜਾ ਅਸਲ ਰਸਤਾ ਸੀ ਮੁਕਤੀ ਦਾ, ਉਹ ਤੂੰ ਜਾਣਿਆ ਹੀ ਨਹੀਂ। ਜਿਹੜਾ ਬੰਧਨ ਵਾਲਾ ਕੰਮ ਸੀ ਉਹ ਤੂੰ ਬੜੇ ਜਾਣੇ ਨੇ, ਤੇ ਉਹਨਾਂ ਵਿੱਚ ਆਪਣੇ ਆਪ ਨੂੰ ਬੰਨਦਾ। ਧਨ ਜੋਰਨ ਕੋ ਧਾਇਆ, ਕੇਵਲ ਦੁਨਿਆਵੀ ਧਨ ਜੋੜਨ ਨੂੰ ਭੱਜਿਆ ਫਿਰਦਾ, ਦੌੜਿਆ ਫਿਰਦਾ। ਨਾ ਤੈਨੂੰ ਦਿਨੇ ਚੈਨ ਨਾ ਰਾਤ ਚੈਨ, ਭੱਜਿਆ ਹੀ ਫਿਰਦਾ। ਦੇਖੈ ਦੇਖੈ ਸੁਨੈ ਬੋਲੇ ਧੌਰਿਓ ਫਿਰਤ ਹੈ। ਜਿਹੜਾ ਮੁਕਤੀ ਦਾ ਰਾਹ ਸੀ, ਮੁਕਤੀ ਦਾ ਮਾਰਗ ਸੀ, ਉਹਨੂੰ ਨਹੀਂ ਜਾਣਿਆ। ਮੁਕਤ ਪੰਥ, ਮੁਕਤੀ ਦਾ ਰਸਤਾ। ਕਿਉਂਕਿ ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਬਿਦ ਕੋ। ਆਪਣੇ ਆਪ ਨੂੰ ਬੰਨ੍ਹ ਲੈਣ ਦੀ ਬਿਰਤੀ ਤਾਂ ਸਾਰਿਆਂ ਨੂੰ ਪਤਾ ਵੀ ਬੰਨ੍ਹਣਾ ਕਿਵੇਂ ਆਪਣੇ ਆਪ ਨੂੰ, ਪਰ ਉਸ ਬੰਧਨ ਵਿੱਚੋਂ ਮੁਕਤ ਕਿਵੇਂ ਹੋਣਾ ਇਹ ਕੋਈ ਵਿਰਲਾ ਜਾਣਦਾ ਹੈ। ਬੰਨਣਾ ਆਉਂਦਾ ਸਾਨੂੰ ਆਪਣੇ ਆਪ ਨੂੰ। ਪੰਛੀ ਜਾਲ ਵਿੱਚ ਬੰਨੇ ਤਾਂ ਜਾ ਸਕਦੇ ਆ ਵਿਚਾਰੇ, ਪਰ ਉਹਦੇ ਵਿੱਚੋਂ ਛੁੱਟਣ ਦਾ ਉਹਨਾਂ ਨੂੰ ਨਹੀਂ ਪਤਾ। ਐ ਮਨੁੱਖ, ਐ ਜੀਵ, ਐ ਮਨ, ਆਪਣੇ ਨਿਜ ਮਨ ਨੂੰ ਕਹਿਣਾ ਆਪਾਂ ਸਾਰਿਆਂ ਨੇ ਵੀ ਤੂੰ ਮੁਕਤੀ ਦਾ ਰਸਤਾ ਨਹੀਂ ਜਾਣਿਆ ਜੋ ਮੁਕਤੀ ਦਾ ਸੀ। ਕੇਵਲ ਧਨ ਜੋੜਨ ਨੂੰ ਦੌੜਿਆ ਫਿਰਦਾ, ਭੱਜਿਆ ਫਿਰਦਾ। ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਬਸ ਇਸੇ ਪਾਸੇ ਲੱਗਾ ਹੋਇਆ। ਇਸ ਬਿਸਿਮਰਤੀ ਤੇਰੇ ਹਿਰਦੇ 'ਚ ਹੁੰਦੀ ਨਹੀਂ। ਕੇਵਲ ਧਨ ਜੋੜਨ ਵਾਸਤੇ ਤੂੰ ਦੌੜਿਆ ਫਿਰਦਾ, ਭੱਜਿਆ ਫਿਰਦਾ, ਜੋੜਦਾ ਮਰ ਜਾਣਾ, ਉਹ ਇੱਥੇ ਹੀ ਰਹਿ ਜਾਂਦਾ। ਜਿਨ੍ਹਾਂ ਲਈ ਜੋੜਿਆ ਉਹਨਾਂ ਨੇ ਅੱਗੇ ਬੰਨ੍ਹ ਕੇ ਟੋਰਿਆ, ਚੱਲ ਬਈ ਤੇਰਾ ਧੰਨਵਾਦ, ਤੂੰ ਜੋੜ ਕੇ ਚੱਲਿਆ ਸਾਡੇ ਲਈ। ਤੇਰੇ ਨਾਲੋਂ ਤਾਂ ਸ਼ਾਇਦ ਉਹ ਮਧੂ ਮੱਖੀਆਂ ਚੰਗੀਆਂ ਹੋਣਗੀਆਂ, ਸ਼ਾਇਦ ਇਕੱਠਾ ਕਰਦੀਆਂ ਨੇ, ਭਾਵੇਂ ਕਿ ਉਹ ਸਾਰਾ ਨਹੀਂ ਖਾ ਸਕਦੀਆਂ, ਪਰ ਕੁਝ ਤਾਂ ਪੁੰਚ ਜਾਂਦੀਆਂ ਨੇ, ਖਾ ਜਾਂਦੀਆਂ ਨੇ। ਪਰ ਘੱਟੋ ਘੱਟ ਉਹ ਪਾਪ ਤਾਂ ਕਰਕੇ ਨਹੀਂ ਨਾ ਇਕੱਤਰ ਕਰਦੀਆਂ, ਉਹ ਕੋਈ ਗੁਨਾਹ ਕਰਕੇ ਤਾਂ ਇਕੱਤਰ ਨਹੀਂ ਨਾ ਕਰਦੀਆਂ। ਆਪਣੀ ਤੂੰ ਪਾਪ ਵੀ ਕਰਦਾ ਤੇ ਫਿਰ ਜੋੜਦਾ, ਭ੍ਰਸ਼ਟਾਚਾਰ ਕਰਕੇ, ਰਿਸ਼ਵਤਖੋਰੀਆਂ ਕਰਕੇ, ਠੱਗੀਆਂ ਕਰਕੇ, ਚੋਰੀਆਂ ਕਰਕੇ। ਦਿਨ ਰਾਤ ਮਨਾ ਤੂੰ ਦੌੜਿਆ ਫਿਰਦਾ ਇਹਨਾਂ ਪਿੱਛੇ, ਤੇ ਜਿਹੜਾ ਮੁਕਤੀ ਦਾ ਰਾਹ ਸੀ ਉਹਨੂੰ ਤੂੰ ਨਹੀਂ ਜਾਣਿਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਜੋੜਿਆ, ਜਦੋਂ ਅੰਤ ਨੂੰ ਮਰਿਆ, ਕਿ ਦੱਸ ਵੀ ਜਦੋਂ ਮਰਿਆ
ਮਰਨ ਵੇਲੇ ਕਿਸੇ ਨੇ ਆਖਿਆ ਵੀ ਬੰਦਾ 15-20 ਲੱਖ ਰੁਪਈਆ ਜੋੜ ਕੇ ਗਿਆ, ਵਿੱਚੋਂ 5-7 ਲੱਖ ਇਹਦੇ ਅੰਗੀਠੇ 'ਚ ਹੀ ਪਾ ਕੇ ਸਾੜ ਦਿਓ, ਲੈ ਜੇ ਨਾਲ। ਜਾਂ ਜੀ ਇਹਦੀ 15-20 ਕਿੱਲੇ ਜ਼ਮੀਨ ਹੈ, ਵਿੱਚੋਂ 2-4 ਕਿੱਲੇ ਵੇਚ ਕੇ ਉੱਥੋਂ ਜਿਹੜੀ ਕਮਾਈ ਆਉਂਦੀ ਹੈ ਇਹਦੇ ਪਾ ਕੇ ਅੰਗੀਠੇ 'ਚ ਇਹਦੇ ਨਾਲ ਤੋਰ ਦਿਓ। ਅੰਤ ਸੰਗ ਕਾਹੂ ਨਹੀਂ ਦੀਨਾ। ਉਦੋਂ ਤਾਂ ਸਰੀਰ ਤੇ ਪਾਇਆ ਸੋਨਾ ਵੀ ਲਾਹ ਲੈਂਦੇ ਆ ਲੋਕ। ਪਹਿਲਾਂ ਮੁੰਦਰੀ ਲਾ ਲਓ ਜੀ, ਮੁੜ ਕੇ ਫੁੱਲ ਗਿਆ ਸਰੀਰ, ਲੈਣੀ ਕੋਈ ਨਹੀਂ ਹੱਥ ਚੋਂ। ਹਾਲੇ ਸਵਾਸ ਨਿਕਲੇ ਹੀ ਹੁੰਦੇ ਆ, 5-7 ਮਿੰਟ ਬਾਅਦ ਪਹਿਲਾਂ ਮੁੰਦਰੀ ਲਾਉਂਦੇ ਆ, ਫਿਰ ਜਿਹੜਾ ਕੋਈ ਹੋਰ ਪਾਇਆ ਗਹਿਣਾ ਗੱਟਾ ਉਹ ਲਾਉਂਦੇ। ਅੰਤ ਸੰਗ ਕਾਹੂ ਨਹੀਂ ਦੀਨਾ। ਅੰਤ ਨੂੰ ਨਾਲ ਕਿਸੇ ਨੇ ਕੁਝ ਨਹੀਂ ਦਿੱਤਾ। ਵਿਅਰਥ ਹੀ ਆਪਣਾ ਆਪ ਬਣਾਈ ਰੱਖਿਆ ਸਾਰੀ ਜ਼ਿੰਦਗੀ ਇਹਨਾਂ ਵਿੱਚ। ਜੋ ਜਾਣਾ ਸੀ ਨਾਲ ਉਹਨੂੰ ਇਕੱਤਰ ਨਹੀਂ ਕੀਤਾ, ਜੋ ਨਿਭਣਾ ਸੀ ਨਾਲ ਉਸ ਪਾਸੇ ਸਾਰੀ ਜ਼ਿੰਦਗੀ ਧਿਆਨ ਹੀ ਨਹੀਂ ਕੀਤਾ, ਆਪਣੀ ਸੁਰਤ ਉਸ ਪਾਸੇ ਲਿਆਂਦੀ ਨਹੀਂ, ਮੁਕਤੀ ਦੇ ਰਸਤੇ ਵਾਲੇ ਪਾਸੇ ਚੱਲਿਆ ਹੀ ਨਹੀਂ। ਤੇ ਵਿਅਰਥ ਹੀ ਬਿਰਥਾ ਆਪ ਬੰਧਾਇਆ ਦਾ ਇਹਦਾ ਮਤਲਬ ਹੈ ਵਿਅਰਥ ਹੀ ਆਪਣਾ ਆਪ ਬੰਨੀ ਰੱਖਿਆ। ਫਿਰ ਹੁਣ ਪਛਤਾਉਂਦਾ, ਪਰ ਹੁਣ ਪਛਤਾਵਾ ਕੀਤਿਆਂ ਕੁਝ ਨਹੀਂ ਹੋਣਾ। ਹਾਂਜੀ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਨਾ ਹਰੀ ਦਾ ਭਜਨ ਕੀਤਾ, ਨਾ ਗੁਰੂ ਜਨਾਂ ਦੀ ਸੇਵਾ ਕੀਤੀ, ਸਾਰੀ ਜ਼ਿੰਦਗੀ ਇਦਾਂ ਹੀ ਕੱਟ ਦਿੱਤੀ। ਨਾ ਹਰੀ ਦਾ ਭਜਨ ਕੀਤਾ, ਨਾ ਗੁਰੂ ਸਾਹਿਬ ਦੀ ਸੇਵਾ ਕੀਤੀ। ਤੇ ਜੇ ਸੇਵਾ ਨਹੀਂ ਕੀਤੀ, ਭਜਨ ਨਹੀਂ ਕੀਤਾ, ਤੇ ਫਿਰ ਗਿਆਨ ਕਿੱਥੋਂ ਉਪਜਣਾ ਸੀ? ਨਾ ਉਪਜਿਓ ਕਛ ਗਿਆਨ ਨਾ, ਕੋਈ ਗਿਆਨ ਵੀ ਅੰਦਰ ਨਹੀਂ ਉਪਜਿਆ, ਗਿਆਨ ਵੀ ਹਿਰਦੇ 'ਚ ਨਹੀਂ ਪੈਦਾ ਹੋਇਆ। ਘਟ ਹੀ ਮਾਹੇ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਸੱਜਣਾ ਤੇਰੇ ਤਾਂ ਘਟ ਦੇ ਵਿੱਚ ਹੀ ਸੀ, ਤੂੰ ਬਾਹਰ ਜੰਗਲਾਂ ਵਿੱਚ ਉਦਿਆਨ 'ਚ ਬੀਆਬਾਨ 'ਚ ਉਜਾੜ 'ਚ ਭਰਮਦਾ ਫਿਰਦਾ, ਲੱਭਦਾ ਫਿਰਦਾ ਹੈ। ਬਹੁਤ ਜਨਮ ਭਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ। ਹੇ ਵਾਹਿਗੁਰੂ, ਬਹੁਤ ਹੁਣ ਬੇਨਤੀ ਕਰ ਮਨਾ, ਜੇ ਹਲੇ ਵੀ ਛੁਟਕਾਰਾ ਚਾਹੁੰਦਾ ਤੇ ਬੇਨਤੀਆਂ ਕਰ ਲੈ, ਤਰਲੇ ਕਰ ਲੈ ਗੁਰੂ ਅੱਗੇ ਆ ਕੇ। ਮਹਾਰਾਜ ਬੜੇ ਜਨਮ ਹੋ ਗਏ ਨੇ ਮੈਨੂੰ ਭਰਮਦਿਆਂ, ਮੈਂ ਹਾਰ ਗਿਆ ਹਾਂ, ਮੈਨੂੰ ਟਿਕਣ ਵਾਲੀ ਮੱਤ ਨਹੀਂ ਮਿਲੀ, ਮੇਰਾ ਮਨ ਟਿਕ ਜਾਏ, ਮੈਂ ਟਿਕ ਜਾਵਾਂ, ਸਥਿਰ ਹੋ ਜਾਵਾਂ, ਮੈਨੂੰ ਐਸੀ ਮੱਤ ਨਹੀਂ ਪ੍ਰਾਪਤ ਹੋਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਹਾਰਾਜ ਮੇਰੇ ਤੇ ਤਰਸ ਕਰੋ। ਕਹਿੰਦੇ ਮਾਨਸ ਦੇ ਪ੍ਰਾਪਤ ਹੋਈ ਹੈ, ਹਰੀ ਦੇ ਭਜਨ ਵਾਸਤੇ ਪ੍ਰਾਪਤ ਹੋਈ ਹੈ, ਨਿਰੰਕਾਰ ਦੇ ਭਜਨ ਵਾਸਤੇ। ਮਹਾਰਾਜ ਜੀ ਕਹਿੰਦੇ ਇਹੀ ਬਾਤ ਮੇਰੇ ਵੱਡਿਆਂ ਸਤਿਗੁਰਾਂ ਨੇ ਸਾਨੂੰ ਦੱਸੀ ਹੈ, ਤੇ ਉਹੀ ਬਾਤ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਜੇ ਮਨੁੱਖਾ ਦੇਹ ਮਿਲੀ ਹੈ ਤਾਂ ਇਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਵਾਸਤੇ ਮਿਲੀ।